ਦੇਖੋ ਕਿਸੇ ਟਾਈਮ ਬਲੈਕਬੈਰੀ ਵੀ ਬਲੂ ਚਿਪ ਕੰਪਨੀ ਹੁੰਦੀ ਸੀ, ਨੋਟੈਲ ਵੀ ਬਲੂ ਚਿਪ ਕੰਪਨੀ ਹੁੰਦੀ ਸੀ। ਯੂ ਨੈਵਰ ਨੋ, ਹਰ ਕੰਪਨੀ ਦਾ ਉਤਾਰ ਚੜਾਵ ਰਹਿੰਦਾ ਆ। ਅੱਖਾਂ ਬੰਦ ਕਰਕੇ ਨਹੀਂ ਆਪਾਂ ਨੂੰ ਇਨਵੈਸਟਮੈਂਟ ਕਰ ਲੈਣੀ ਚਾਹੀਦੀ। ਉਹਨਾਂ ਨੇ ਇਹ ਕਿਹਾ ਵੀ ਜੇ ਇਨਫਲੇਸ਼ਨ ਅੱਗੇ ਵੱਧਦੀ ਹੈ ਦੈਨ ਹੀ ਮੇ ਰੇਜ਼ ਦਾ ਇੰਟਰਸਟ ਰੇਟ ਅਗੇਨ। ਬੈਂਕ ਆਫ ਕੈਨੇਡਾ ਦਾ ਆਪਣਾ ਇਹ ਮੰਨਣਾ ਆ ਕਿ ਅਗਲੇ ਸਾਲ ਦੇ ਮਿਡਲ ਤੱਕ ਇਹ ਜਿਹੜਾ ਹੈ ਇਨਫਲੇਸ਼ਨ 3.5% ਆਏਗੀ ਜੀ, ਔਰ ਫਿਰ 2025 ਜਿਹੜਾ ਹੈ 2% ਆਉਣ ਦੀ ਉਮੀਦ ਹੈਗੀ ਆ। ਰਿਸੈਸ਼ਨ ਕੈਨੇਡਾ ਨਹੀਂ ਆਏਗਾ ਔਰ ਚਾਂਸਸ 50-50 ਹੈਗੇ ਨਹੀਂ, ਕਿਉਂਕਿ ਸੈਕੰਡ ਕੁਆਰਟਰ 'ਚ ਇਕੋਨਮੀ ਸ਼ਰਿੰਕ ਕੀਤੀ ਸੀਗੀ। ਸੋ ਚਾਂਸਸ ਹੈਗੇ ਨੇ ਕਿ ਹੋ ਸਕਦਾ ਹੈ ਵੀ ਮੇ ਲਿਟਰਲੀ ਟੱਚ ਦੀ ਰਿਸੈਸ਼ਨ, ਲੇਕਿਨ ਇੰਨਾ ਡੀਪ ਰਿਸੈਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਆ। ਨਾਓ ਦਿਸ ਲੇਡੀ ਉਹਨੇ ਪੈਸੇ ਤਾਂ ਇਨਵੈਸਟਮੈਂਟ ਕਰਤੇ, ਲੇਕਿਨ ਫਾਇਦਾ ਕੁਝ ਨਹੀਂ ਹੋਣਾ। ਬੇਸ਼ੱਕ ਇਨਵੈਸਟਮੈਂਟ ਪ੍ਰਾਪਰਟੀ ਗੇਨ ਵੀ ਕਰ ਜਾਵੇ ਤੇ ਉਹਨੂੰ ਹਰ ਸਾਲ ਤਾਂ 48,000 ਪੱਲਿਓਂ ਦੇਣਾ ਪੈ ਰਿਹਾ। ਤੁਸੀਂ ਇਨਵੈਸਟਮੈਂਟ ਦੇ ਅੰਦਰ, ਬਿਜ਼ਨਸ ਦੇ ਅੰਦਰ ਕਈ ਵਾਰੀ ਘਾਟੇ ਖਾ ਲਓਗੇ, ਲੇਕਿਨ ਘਰ ਦੀ ਛੱਤ ਆਪਣੀ ਹਮੇਸ਼ਾ ਬਚਾ ਕੇ ਰੱਖੋ। ਘਰ ਦੇ ਅਗੇਂਸਟ ਕਦੀ ਲੋਨ ਨਾ ਲਓ। ਸੋ ਦੋਸਤੋ, ਤੁਹਾਨੂੰ ਪਤਾ ਅੱਜ ਫਰਾਈਡੇ ਹੈ ਜੀ, ਤੇ ਫਰਾਈਡੇ ਨੂੰ ਜਿਹੜਾ ਹੈ ਉਹ ਮਾਰਕੀਟ ਅਪਡੇਟ ਹੁੰਦੀ ਆ। ਆਓ ਪਹਿਲਾਂ ਤਾਂ ਆਪਾਂ ਸ਼ੋਅ ਦੇ ਵਿੱਚ ਸ਼ਾਮਲ ਕਰੀਏ। ਸਾਡੇ ਨਾਲ ਐਕਸਪਰਟ ਸ਼ਾਮਲ ਹੋਏ ਨੇ ਜੀ, ਇੰਸ਼ੋਰੈਂਸ ਡਿਪੋ ਤੋਂ ਸੁਰਿੰਦਰਪਾਲ ਜੀ। ਸੁਰਿੰਦਰਪਾਲ ਜੀ, ਸਵਾਗਤ ਆਪ ਜੀ ਦਾ। ਥੈਂਕ ਯੂ ਜਤਿੰਦਰ ਜੀ, ਆਪ ਜੀ ਨੂੰ ਵੀ ਔਰ ਰੈਡ ਐਫਐਮ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਜੀ, ਤੇ ਮਾਰਕੀਟ ਅਪਡੇਟ ਫਿਰ ਇਸ ਹਫਤੇ ਦਾ ਕੀ ਕਹਿੰਦਾ ਜੀ? ਮਾਰਕੀਟ ਸਰ ਦਿਸ ਵੀਕ ਇਜ਼ ਅ ਪਾਵਰਫੁਲ ਵੀਕ, ਕਿਉਂਕਿ ਇਸ ਵੀਕ ਦੇ ਅੰਦਰ ਮੋਸਟ ਆਫ ਦੀ ਟੈਕਨੋਲੋਜੀਕਲ ਹੈਵੀ ਵੇਟਸ ਕੰਪਨੀਆਂ ਦੀ ਜਿਹੜੀ ਅਰਨਿੰਗ ਆਉਣੀ ਸੀਗੀ ਜੀ, ਸਪੈਸ਼ਲੀ ਬੈਂਕ ਆਫ ਕੈਨੇਡਾ ਦਾ ਡਿਸੀਜਨ ਆਉਣਾ ਸੀਗਾ। ਸੋ ਇਸ ਤਰ੍ਹਾਂ ਕਰਕੇ ਇਹ ਮਾਰਕੀਟ ਇਸ ਕਰਕੇ ਇਹ ਵੀਕ ਇਸ ਕਰਕੇ ਅਹਿਮ ਰਿਹਾ। ਜੇ ਤੁਸੀਂ ਅੱਜ ਦੀ ਗੱਲ ਕਰੋ, ਅੱਜ ਸਵੇਰੇ ਐਮਾਜ਼ਨ ਔਰ ਇੰਟੈਲ ਨੇ ਆਪਣੀ ਜਿਹੜੀ ਅਰਨਿੰਗ ਦਿੱਤੀ ਆ, ਦੋਨਾਂ ਕੰਪਨੀਆਂ ਨੇ ਐਕਸਪੈਕਟੇਸ਼ਨ ਨੂੰ ਬੀਟ ਕੀਤਾ। ਇਨਫੈਕਟ ਐਮਾਜ਼ਨ ਨੇ ਤਾਂ ਪ੍ਰੋਫਿਟ ਬਹੁਤ ਵਧੀਆ ਦਿਖਾਇਆ। ਐਮਾਜ਼ਨ ਦਾ ਪ੍ਰੋਫਿਟ ਜਿਹੜਾ ਵਧੀਆ ਇਸ ਕਰਕੇ ਨਹੀਂ ਆਇਆ ਕਿ ਸੇਲ ਵਧੀ ਹੈ, ਬਲਕਿ ਉਹਨਾਂ ਨੇ ਆਪਣੇ ਖਰਚੇ ਘਟਾਏ ਆ। ਤੁਸੀਂ ਦੇਖਿਆ ਇਸ ਸਾਲ ਕਾਫੀ ਲੇਡ ਆਫ ਕੀਤੀਆਂ ਸੀਗੀਆਂ ਐਮਾਜ਼ਨ ਕੰਪਨੀ ਨੇ। ਔਰ ਕੱਲ ਸਪੈਸ਼ਲੀ ਮਾਈਕਰੋਸਾਫਟ ਐਂਡ ਗੂਗਲ, ਇਹ ਦੋ ਕੰਪਨੀਆਂ ਦੀ ਅਰਨਿੰਗ ਜਿਹੜੀ ਆਈ ਆ, ਇਹਦੇ 'ਚ ਵੀ ਮਤਲਬ ਡਿਵਾਈਡ ਹੈ। ਖਾਸ ਤੌਰ 'ਤੇ ਗੂਗਲ ਦੀ ਜਿਹੜੀ ਪੇਰੈਂਟ ਕੰਪਨੀ ਅਲਫਾਬੈਟ, ਦੇ ਡਿਡਨਟ ਮੇਕ ਮਚ ਪ੍ਰੋਫਿਟ ਜੀ, ਔਰ ਦ ਰੀਜ਼ਨ ਵਾਜ਼ ਕਿ ਦੇ ਵਰ ਲੂਜ਼ਿੰਗ ਮਨੀ ਇਨ ਦੀ ਕਲਾਊਡ ਕੰਪਿਊਟਿੰਗ ਦੇ ਅੰਦਰ। ਆਈ ਵੋਂਟ ਸੇ ਲੂਜ਼ਿੰਗ ਮਨੀ, ਲੇਕਿਨ ਜਿੰਨੀ ਅਰਨਿੰਗ ਚਾਹੀਦੀ ਸੀ ਉਨੀ ਸੋਚਦੇ ਸੀ ਉਨੀ ਹੋਈ ਨਹੀਂ। ਲੇਕਿਨ ਅਦਰ ਸਾਈਡ ਮਾਈਕਰੋਸਾਫਟ ਹੈਡ ਅ ਵੈਰੀ ਗੁੱਡ ਪ੍ਰੋਫਿਟ। ਔਰ ਇਸ ਤੋਂ ਇਲਾਵਾ ਮੈਟਾ, ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਆਲਸੋ ਗਿਵ ਅ ਗੁੱਡ ਪ੍ਰੋਫਿਟ। ਲੇਕਿਨ ਮੈਟਾ ਦੇਖੋ, ਇਸ ਦੇ ਬਾਵਜੂਦ ਆਈ ਵਾਜ਼ ਰੀਡਿੰਗ ਐਨ ਆਰਟੀਕਲ ਕਿ 42 ਅਟਾਰਨੀ ਜਨਰਲਸ ਨੇ ਇਸ ਕੰਪਨੀ ਨੂੰ ਅਮਰੀਕਾ ਸੂ ਕੀਤਾ ਹੋਇਆ। ਅੱਛਾ, 42 ਅਟਾਰਨੀ ਜਨਰਲ ਸਟੇਟ ਦੇ ਉਹਦੇ 'ਚ ਅਟਾਰਨੀ 33 ਤਾਂ ਸਟੇਟ ਅਟਾਰਨੀ ਜਨਰਲਸ ਹੀ ਹੈਗੇ ਆ, ਫਿਰ ਕਈ ਡਿਸਟ੍ਰਿਕਟਸ ਦੇ ਹੈਗੇ ਆ, ਕਈ ਫਿਰ ਟਾਊਨਸ ਦੇ ਹੈਗੇ ਆ। ਮਤਲਬ 42 ਜਿਹੜੇ ਅਟਾਰਨੀ ਜਨਰਲਸ ਨੇ। ਸੋ ਇਸ ਕਰਕੇ ਕੀਤਾ ਆ ਕਿ ਵੀ ਇਹ ਕੰਪਨੀ ਜਿਹੜੀ ਹੈ ਇਹਦੀ ਜਿਹੜੀ ਯੂ ਨੋ ਦ ਪਾਲਿਸੀਜ਼ ਹੈਗੀਆਂ ਇਸ ਤਰ੍ਹਾਂ ਦੀਆਂ ਕਿ ਯੰਗ ਬੱਚਿਆਂ ਨੂੰ ਅਡਿਕਟਡ ਬਣਾ ਦਿੰਦੇ ਆ। ਯੰਗ ਕਿਡਸ ਗੈਟ ਅਡਿਕਟਡ ਟੂ ਜਿਹੜੀ ਵੀ ਇਹਨਾਂ ਦੇ ਆਪਣੇ ਫੇਸਬੁੱਕ 'ਤੇ ਜਿਹੜੇ ਵੀ ਆਪਣੇ ਸੋਸ਼ਲ ਨੈਟਵਰਕ ਦੇ ਪਲੇਟਫਾਰਮ ਹੈ, ਖਾਸ ਤੌਰ 'ਤੇ ਫੇਸਬੁੱਕ ਹੈ ਜਾਂ ਇੰਸਟਾਗ੍ਰਾਮ ਹੈ, ਅਤੇ ਉਹ ਇਸ ਕਰਕੇ ਜਿਹੜਾ ਹੈ ਇਹਦੇ 'ਤੇ ਹਲੇ ਸੂ ਕੀਤਾ। ਲੇਕਿਨ ਇਸ ਦੇ ਬਾਵਜੂਦ ਦ ਕੰਪਨੀ ਮੇਡ ਅ ਵੈਰੀ ਗੁੱਡ ਪ੍ਰੋਫਿਟ। ਅਤੇ ਜੇ ਇਸ ਹਫਤੇ ਦੀ ਗੱਲ ਦੇਖੀਏ, ਹੁਣ ਆਇਲ ਦੀ ਕੰਪਨੀ ਦੀ ਗੱਲ ਕਰ ਲਈਏ, ਅੱਜ ਇੱਕ ਸਵੇਰੇ ਰਿਪੋਰਟ ਹੈ ਜੀ, ਸ਼ੈਵਰੋਨ ਐਨਰਜੀ ਇਜ਼ ਬਾਇੰਗ ਅਨਦਰ ਕੰਪਨੀ ਫॉर $53 ਬਿਲੀਅਨ ਹੈਸ ਕਾਰਪੋਰੇਸ਼ਨ। 2 ਵੀਕ ਪਹਿਲਾਂ ਐਕਸਨ ਮੋਬਿਲ ਨੇ ਪਾਇਨੀਅਰ ਐਨਰਜੀ ਨੂੰ $60 ਬਿਲੀਅਨ 'ਚ ਬਾਏ ਕੀਤਾ ਸੀ। ਦਿਸ ਅ ਬਿਗ ਮਰਜਰਸ ਟੇਕਿੰਗ ਪਲੇਸ ਇਨ ਐਨਰਜੀ ਕੰਪਨੀ। ਜਿਹੜੇ ਲੋਕ ਸੋਚਦੇ ਸੀ ਵੀ ਸ਼ਾਇਦ ਐਨਰਜੀ ਦਾ ਜਿਹੜੀ ਹੁਣ ਮਤਲਬ ਆਖਰੀ ਪੜਾਵ ਹੈਗਾ ਆ, ਲੇਕਿਨ ਐਨਰਜੀ ਕੰਪਨੀ ਜੇ ਤੁਸੀਂ ਅਰਨਿੰਗ ਦੇਖਦੇ ਆ, ਤੇ ਅਰਨਿੰਗ ਜਿਹੜੀ ਅੱਜ ਆਈ ਹੈ ਐਕਸਨ ਮੋਬਿਲ ਦੀ, ਕੋਈ ਅੱਛੀ ਅਰਨਿੰਗ ਨਹੀਂ ਆਈ। ਇਨਫੈਕਟ ਲੈਸ ਦੈਨ ਲਾਸਟ ਈਅਰ। ਹਾਲਾਂਕਿ ਐਕਸਨ ਮੋਬਿਲ ਦੀ ਜਿਹੜੀ ਇੱਥੇ ਬ੍ਰਾਂਚ ਹੈਗੀ ਆ ਇੰਪੀਰੀਅਲ ਆਇਲ ਹੈਡ ਅ ਵੈਰੀ ਗੁੱਡ ਪ੍ਰੋਫਿਟ, ਲੇਕਿਨ ਪੇਰੈਂਟ ਕੰਪਨੀ ਐਕਸਨ ਮੋਬਿਲ ਡਿਡਨਟ ਹੈਵ ਅ ਗੁੱਡ ਪ੍ਰੋਫਿਟ। ਸਿਮਿਲਰਲੀ ਸ਼ੈਵਰੋਨ ਐਨਰਜੀ ਹੈ। ਜੇ ਸਾਡੀ ਇੱਥੋਂ ਦੀ ਟੈਕਨੋਲੋਜੀ ਦੀ ਕੰਪਨੀ ਦੀ ਗੱਲ ਕਰੋ, ਬਲੈਕਬੈਰੀ ਬੜਾ ਮਨ ਦੁਖੀ ਹੁੰਦਾ ਜੀ ਕਿ ਕੰਪਨੀ ਇਜ਼ ਨਾਓ ਗੋਨਾ ਗੈਟ ਇਨਟੂ ਪੀਸਿਸ। ਤੁਸੀਂ ਦੇਖੋ, ਸਮਾਰਟਫੋਨ ਦਾ ਅਵਿਸ਼ਕਾਰ ਜਿਹੜਾ ਹੈ, ਕਿਸੇ ਵੇਲੇ ਪ੍ਰੀਮੀਅਮ ਹੁੰਦੀ ਸੀ ਜੀ, ਬਲੈਕਬੈਰੀ ਦਾ ਫੋਨ ਹੋਣਾ ਇੱਕ ਮਤਲਬ ਪ੍ਰਾਈਡ ਜਿਹਾ ਮੰਨਿਆ ਜਾਂਦਾ ਹੁੰਦਾ ਸੀ। ਸਮਾਰਟਫੋਨ ਦੀ ਕਾਢ ਹੀ ਬਲੈਕਬੈਰੀ ਨੇ ਕੀਤੀ ਹੈ। ਇਹਦੀ ਪੇਰੈਂਟ ਕੰਪਨੀ ਹੁੰਦੀ ਸੀ, ਉਹਨੇ ਜਿਹੜੀ ਹੈ ਇਹਨੇ ਕਾਢ ਕੀਤੀ ਸੀਗੀ। ਲੇਕਿਨ ਚੂੰਕਿ ਇਹ ਕੰਪਨੀ ਦੇ ਇੱਕ ਜਿਹੜੇ ਯੂ ਮੇ ਨਾਟ ਰਿਮੈਂਬਰ ਜਿਮ ਬੌਸਲੀ CEO ਹੁੰਦੇ ਸੀ, ਹੀ ਗਾਟ ਇਨਟੂ ਬਾਇੰਗ ਹਾਕੀ ਟੀਮਸ ਐਂਡ ਰੇਸ ਕੋਰਸ, ਅਤੇ ਉਸ ਕਰਕੇ ਜਿਹੜਾ ਹੈ ਫਿਰ ਐਪਲ ਹੈਡ ਟੇਕਨ ਓਵਰ। ਨਾਓ ਦਿਸ ਕੰਪਨੀ ਵਿਲ ਬੀ ਸਪਲਿਟ ਇਨਟੂ ਪੀਸਿਸ। ਹਲੇ ਵੀ ਇਸ ਕੰਪਨੀ ਦਾ ਵਰਚਸਵ ਜਿਹੜਾ ਹੈ
ਖਾਸ ਤੌਰ ਤੇ ਸਾਈਬਰ ਸਿਕਿਉਰਿਟੀ ਦੇ ਅੰਦਰ ਹੈ ਔਰ ਇਹਦਾ ਵਰਚਸਵ ਜਿਹੜਾ ਹੈ ਕਾਰਾਂ ਦੇ ਅੰਦਰ ਜਿਹੜੀ ਅਸੀਂ ਯੂਜ਼ ਕਰਦੇ ਹਾਂ ਸਮਾਰਟਫੋਨਸ ਜਾਂ ਜਿਹੜੀ ਬਲੂਟੂਥ ਯੂਜ਼ ਕਰਦੇ ਉਸ ਟੈਕਨੋਲੋਜੀ 'ਚ ਹੈ। ਸੋ ਦਿਸ ਕੰਪਨੀ ਵਿਲ ਬੀ ਸਪਲਿਟ ਇਨਟੂ 2 or 3। ਸਪਲਿਟ ਕਿਸ ਤਰੀਕੇ ਨਾਲ, ਮਤਲਬ ਇਹ ਹੁਣ ਕੀ ਕੋਈ ਬਾਈ ਆਊਟ ਕਰ ਰਿਹਾ ਇਹਨਾਂ ਨੂੰ ਦੋ ਅਲੱਗ-ਅਲੱਗ ਜਾਂ ਕੀ ਹੋ ਰਿਹਾ? ਹਾਂਜੀ, ਇਹਨੂੰ ਪਹਿਲਾਂ ਸਪਲਿਟ ਕਰਨਗੇ। ਇਹਦੇ ਜਿਹੜੇ CEO ਨੇ ਮਿਸਟਰ ਚੈਨ, ਹੀ ਵਾਸ ਹਾਇਰਡ ਆਈ ਥਿੰਕ 10 years ਬਿਫੋਰ। ਪਹਿਲੇ 5 ਸਾਲ ਤੇ ਉਹਨਾਂ ਨੇ ਬੜਾ ਸਹੀ ਕੰਮ ਕੀਤਾ ਕਿ ਇਸ ਕੰਪਨੀ ਦੀ ਜਿਹੜੀ ਆ ਖਰਚੇ ਘਟਾਏ ਆ ਔਰ ਇਹ ਕੰਪਨੀ ਨੂੰ ਇੱਕ ਤਰ੍ਹਾਂ ਸਮਾਰਟਫੋਨ ਤੋਂ ਬਾਹਰ ਲੈ ਕੇ ਗਏ। ਦੇ ਵਰ ਨਾਟ ਮੇਕਿੰਗ ਐਨੀ ਪ੍ਰੋਫਿਟਸ ਇਨ ਸੈਲਿੰਗ ਸਮਾਰਟਫੋਨਸ। ਲੇਕਿਨ ਹੁਣ ਪਿਛਲੇ 2-4 ਸਾਲ ਤੋਂ ਇਹ ਕੰਪਨੀ ਜਿਹੜੀ ਹੈ ਕੋਈ ਚੰਗੀ ਦਸ਼ਾ 'ਚ ਨਹੀਂ ਹੈਗੀ ਆ ਤੇ ਇਸ ਕਰਕੇ ਇਸ ਕੰਪਨੀ ਦੇ ਜਿਸ ਤਰ੍ਹਾਂ ਇੱਕ ਅਲੱਗ ਸੈੱਲ ਇੱਕ ਅਲੱਗ ਡਿਵੀਜ਼ਨ ਬਣਾ ਦਿੱਤਾ ਜਾਏਗਾ ਜਿਸ ਸਾਈਬਰ ਸਿਕਿਉਰਿਟੀ ਹੋਏਗੀ, ਇੱਕ 'ਚ ਅਲੱਗ ਹੋਏਗਾ ਜਿਹਦੇ ਅੰਦਰ ਸਿਰਫ ਇਹਦੇ ਪੇਟੈਂਟਸ, ਹਾਲੇ ਵੀ ਪੇਟੈਂਟਸ ਤੋਂ ਅੱਛੀ ਅਰਨਿੰਗ ਇਹਨਾਂ ਨੂੰ ਆਉਂਦੀ ਹੈ ਤੇ ਇਕੱਲੀ ਪੇਟੈਂਟਸ ਦੀ ਹੋਏਗੀ। ਤੀਸਰੀ ਜਿਹੜੀ ਹੈ ਹੋ ਸਕਦਾ ਉਹ ਸੈਪਰੇਟ ਜਿਵੇਂ ਕਾਰ ਦੇ ਅੰਦਰ ਜਿਹੜੀ ਟੈਕਨੋਲੋਜੀ ਯੂਜ਼ ਹੁੰਦੀ ਉਹਦੇ ਅੰਦਰ ਹੋਏ। ਸੋ ਦੇ ਕੈਨ ਸਪਲਿਟ ਇਨਟੂ ਪੀਸਿਸ, ਫਿਰ ਇਸ ਕੰਪਨੀ ਨੂੰ ਸੈੱਲ ਕਰਨਗੇ ਜੀ। ਤੇ ਇਸ ਵੇਲੇ ਹੁਣ ਜਿਵੇਂ ਤੁਸੀਂ ਮਾਰਕੀਟ ਦੇਖ ਰਹੇ ਹੋ ਕਿ ਇਹਨਾਂ ਦੇ ਜਿਹੜੇ ਪ੍ਰੋਫਿਟਸ ਆਏ ਆ ਬਲੂ ਚਿਪ ਕੰਪਨੀਜ਼ ਹੀ ਹੁੰਦੀਆਂ, ਇਹਨਾਂ ਨੂੰ ਟੈਕਨੋਲੋਜੀਜ਼ ਕੰਪਨੀ ਜਿਹਨਾਂ, ਤਾਂ ਇਹ ਹਮੇਸ਼ਾ ਹੀ ਇੱਕ ਬੈਸਟ ਬੈਟ ਹੁੰਦੀ ਹੈ ਮੇਰੇ ਖਿਆਲ 'ਚ ਇਨਵੈਸਟਰਸ ਦੇ ਲਈ, ਬਲੂ ਚਿਪ ਕੰਪਨੀਜ਼ ਜਿਹੜੀਆਂ ਹੈਗੀਆਂ। ਯੈਸ ਸਰ, ਬਲੂ ਚਿਪਸ ਕੰਪਨੀ ਯੂ ਵੋਂਟ ਲੂਜ਼ ਮਨੀ। ਹੁਣ ਦੇਖੋ ਕਿਸੇ ਟਾਈਮ ਬਲੈਕਬੈਰੀ ਵੀ ਬਲੂ ਚਿਪ ਕੰਪਨੀ ਹੁੰਦੀ ਸੀ, ਨੋਟੈਲ ਵੀ ਬਲੂ ਚਿਪ ਕੰਪਨੀ ਹੁੰਦੀ ਸੀ। ਯੂ ਨੈਵਰ ਨੋ, ਹਰ ਕੰਪਨੀ ਦਾ ਉਤਾਰ ਚੜਾਵ ਰਹਿੰਦਾ ਆ। ਅੱਖਾਂ ਬੰਦ ਕਰਕੇ ਨਹੀਂ ਆਪਾਂ ਨੂੰ ਇਨਵੈਸਟਮੈਂਟ ਕਰ ਲੈਣੀ ਚਾਹੀਦੀ। ਆਲਵੇਜ਼ ਲੁੱਕ ਇਨਟੂ ਦੀ ਪ੍ਰੋਜ਼ ਐਂਡ ਕੌਨਸ ਉਸ ਇੰਡਸਟਰੀ ਦਾ। ਤੁਸੀਂ ਦੇਖੋ ਕੀ ਫਿਊਚਰ ਹੈਗਾ ਆ। ਜਿਵੇਂ ਹੁਣ ਜੇ ਫਿਊਚਰ ਦੇਖਦੇ ਆ ਤੁਸੀਂ, ਕਲਾਊਡ ਕੰਪਿਊਟਿੰਗ ਦਾ ਅੱਛਾ ਫਿਊਚਰ ਹੈ, ਇਲੈਕਟ੍ਰਿਕ ਵਾਹੀਕਲ ਦਾ ਅੱਛਾ ਫਿਊਚਰ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਅੱਛਾ ਫਿਊਚਰ ਹੈ। ਸੋ ਇਹਨਾਂ ਕੰਪਨੀਆਂ ਦੇ ਅੰਦਰ ਜਿਹੜਾ ਤੁਸੀਂ ਜੇ ਇਨਵੈਸਟਮੈਂਟ ਕਰੋਗੇ ਆਨ ਏ ਟਾਈਮ 'ਚ ਯੂ ਵਿਲ ਮੇਕ ਗੁੱਡ ਪ੍ਰੋਫਿਟ। ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਕਿ ਇਸ ਹਫ਼ਤੇ ਜਿਹੜੀ ਅਹਿਮ ਗੱਲ ਰਹੀ ਬੈਂਕ ਆਫ ਕੈਨੇਡਾ ਦੀ ਡਿਸੀਜਨ। ਸਰ, ਬੈਂਕ ਆਫ ਕੈਨੇਡਾ ਨੇ ਜਿਵੇਂ ਸੰਭਾਵਕ ਸੀਗਾ ਆਪਣਾ ਇੰਟਰਸਟ ਨਹੀਂ ਵਧਾਇਆ ਔਰ ਜਿਹੜਾ ਇਹ ਅੱਛੀ ਗੱਲ ਵੀ ਰਹੀ ਹੈ। ਲੇਕਿਨ ਬੈਂਕ ਆਫ ਕੈਨੇਡਾ ਨੇ ਆਪਣੇ ਦੁਆਰ ਜਿਹੜੇ ਆ, ਆਪਣੇ ਫਿਊਚਰ ਜਿਹੜੇ ਆ ਸੇਫ ਐਗਜ਼ਿਟ ਰੱਖਿਆ ਆ। ਹਾਲਾਂਕਿ ਦਸੰਬਰ 6 ਨੂੰ ਮੀਟਿੰਗ ਹੋਣੀ ਆ ਔਰ ਉਹਨਾਂ ਨੇ ਕਿਹਾ ਵੀ ਜੇ ਇਨਫਲੇਸ਼ਨ ਅੱਗੇ ਵੱਧਦੀ ਹੈ ਦੈਨ ਹੀ ਮੇ ਰੇਜ਼ ਦਾ ਇੰਟਰਸਟ ਰੇਟ ਅਗੇਨ। ਬਿਲਕੁਲ। ਲੇਕਿਨ ਕੱਲ ਉਹਨਾਂ ਦੀ ਇੱਕ CBC 'ਚ ਇੰਟਰਵਿਊ ਸੀਗੀ, ਉਹਦੇ 'ਚ ਉਹਨਾਂ ਨੇ ਕਿਹਾ ਵੀ ਆਈ ਥਿੰਕ ਹੀ ਇਜ਼ ਇਨ ਅ ਲਾਸਟ ਲੈਗ ਆਫ ਰੇਜ਼ਿੰਗ ਇੰਟਰਸਟ ਰੇਟ, ਵਿਚ ਇਜ਼ ਅ ਗੁੱਡ ਨਿਊਜ਼। ਕਿਉਂਕਿ ਜੇ ਤੁਸੀਂ ਦੇਖੋ ਇਨਫਲੇਸ਼ਨ 3.8% ਹੈ, ਬੈਂਕ ਆਫ ਕੈਨੇਡਾ ਦਾ ਆਪਣਾ ਇਹ ਮੰਨਣਾ ਆ ਕਿ ਅਗਲੇ ਸਾਲ ਦੇ ਮਿਡਲ ਤੱਕ ਇਹ ਜਿਹੜਾ ਹੈ ਇਨਫਲੇਸ਼ਨ 3.5% ਆਏਗੀ ਔਰ ਫਿਰ 2025 ਜਿਹੜਾ ਹੈ 2% ਆਉਣ ਦੀ ਉਮੀਦ ਹੈਗੀ ਆ। ਔਰ ਬੈਂਕ ਆਫ ਕੈਨੇਡਾ ਨੇ ਆਪਣੇ ਜਿਹੜੇ ਗਰੋਥ ਜਿਹੜੇ ਹੈਗੇ ਟਾਰਗੇਟਸ ਉਹ ਵੀ ਘਟਾ ਦਿੱਤੇ ਹੈ। ਗਰੋਥ ਟਾਰਗੇਟਸ ਕੈਨੇਡਾ ਨੂੰ ਇਹ ਮੰਨਦੇ ਹੈ ਕਿ ਵੀ ਵਿਲ ਗਰੋ ਬਾਈ 1.2% ਦਿਸ ਈਅਰ। ਨੈਕਸਟ ਈਅਰ ਹੀ ਐਕਸਪੈਕਟ ਵਿਲ ਗਰੋ ਬਾਈ ਓਨਲੀ 0.9%। ਇਨ 2025 ਦੇ ਅੰਦਰ ਹੀ ਐਕਸਪੈਕਟ ਵਿਲ ਗਰੋ ਬਾਈ 2.5%। ਇਹਨਾਂ ਨੇ ਆਪਣੇ ਟਾਰਗੇਟ ਰਿਵਾਈਜ਼ ਕੀਤੇ ਹੈ। ਉਸ ਵੇਲੇ ਇੱਕ ਵਾਰ ਰਿਬਾਊਂਡ ਕਰੂਗਾ ਫਿਰ, ਮਤਲਬ ਜਿਹੜਾ 2.5 ਜਿਹੜਾ ਹੈਗਾ ਥੱਲਿਓਂ ਫਿਰ ਉੱਪਰ ਚਲੇ ਜਾਏਗੀ ਜੀ 2025 ਦੇ ਅੰਦਰ ਹੈ। ਔਰ ਬੈਂਕ ਆਫ ਕੈਨੇਡਾ ਇਹ ਮੰਨਦਾ ਆ, ਟਿਪ ਮੈਕਾਲਨ ਸਾਹਿਬ ਮੰਨਦੇ ਆ ਕਿ ਰਿਸੈਸ਼ਨ ਕੈਨੇਡਾ ਨਹੀਂ ਆਏਗਾ ਔਰ ਚਾਂਸਸ 50-50 ਹੈਗੇ ਨਹੀਂ ਕਿਉਂਕਿ ਸੈਕੰਡ ਕੁਆਰਟਰ 'ਚ ਇਕਨੋਮੀ ਸ਼ਰਿੰਕ ਕੀਤੀ ਸੀਗੀ। ਸੋ ਚਾਂਸਸ ਹੈਗੇ ਨੇ ਕਿ ਹੋ ਸਕਦਾ ਹੈ ਵੀ ਮੇ ਲਿਟਰਲੀ ਟੱਚ ਦੀ ਰਿਸੈਸ਼ਨ, ਲੇਕਿਨ ਇੰਨਾ ਡੀਪ ਰਿਸੈਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਆ। ਇਹ ਕਦੋਂ ਤੱਕ ਕਲੀਅਰ ਹੋਣਾ ਜੀ ਆਪਾਂ ਨੂੰ ਵੀ ਰਿਸੈਸ਼ਨ ਆਇਆ ਕਿ ਨਹੀਂ ਆਇਆ? ਇਹ ਕਦੋਂ ਤੱਕ? ਇਹ ਥਰਡ ਕੁਆਰਟਰ ਦੀ ਰਿਪੋਰਟ ਆ ਜਾਏਗੀ ਜੀ। ਉਹ ਕਦੋਂ ਤੱਕ ਆਪਾਂ ਨੂੰ ਪਤਾ ਲੱਗੇਗਾ? थर्ड क्वार्टर से जुलाई ਦੀ ਆਈ ਹੈ ਸਰ, ਯੂ ਕੁਡ ਸੇ ਇਨ ਨਵੰਬਰ ਔਰ ਦਸੰਬਰ ਸਰ। ਸੋ ਨਵੰਬਰ ਦਸੰਬਰ ਤੱਕ ਅਸੀਂ ਇਹ ਕਹਿ ਸਕਾਂਗੇ ਕਿ ਰਿਸੈਸ਼ਨ ਆਇਆ ਕਿ ਨਹੀਂ ਆਇਆ? ਯੈਸ, ਦੈਨ ਯੂ ਕੈਨ ਸੇ। ਓਕੇ ਸੁਰਿੰਦਰਪਾਲ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਬੈਂਕ ਆਫ ਕੈਨੇਡਾ ਨੇ ਇਸ ਵੇਲੇ ਇੰਟਰਸਟ ਰੇਟ ਚਲੋ ਹੋਲਡ ਕੀਤਾ, ਠੀਕ ਆ। ਖਦਸ਼ਾ ਜਿਹੜਾ ਹੈਗਾ ਜੇ ਅੱਗੇ ਮਹਿੰਗਾਈ ਜਿਹੜੀ ਹੈਗੀ ਆ ਉਹਨਾਂ ਦੇ ਮਨ 'ਚ ਆਹੀ ਨਹੀਂ ਉਹ ਫਿਗਰਸ ਆਉਂਦੀਆਂ ਤਾਂ ਫਿਰ ਇਹਦੇ ਵਿੱਚ ਚੇਂਜਸ ਆ ਸਕਦੀਆਂ। ਜੇ ਆਪਾਂ ਮੰਨ ਕੇ ਚੱਲੀਏ, ਕਿਉਂਕਿ ਮੈਂ ਪਿੱਛੇ ਜੇ ਇੱਕ ਸਰਵੇ ਪੜ੍ਹਿਆ ਸੀਗਾ ਜਿਹਦੇ ਵਿੱਚ 32 ਆਰਥਿਕ ਮਾਹਰਾਂ ਨੇ ਜਿਹੜਾ ਹੈਗਾ ਆਪਣਾ ਪਾਰਟੀਸਪੇਟ ਕੀਤਾ, 29 ਨੇ ਕਿਹਾ ਵੀ ਹੁਣੇ ਅੱਗੇ ਨਹੀਂ ਵਧੂਗਾ ਤੇ 3 ਨੂੰ ਸੀਗੀ ਉਮੀਦ ਵੀ ਸ਼ਾਇਦ ਅੱਗੇ ਵੱਧ ਸਕਦਾ ਤੇ ਉਹਦੇ ਵਿੱਚੋਂ ਕੁਝ ਨੇ ਤਾਂ ਇਹ ਵੀ ਅੰਦਾਜ਼ਾ ਲਾਇਆ ਸੀ ਵੀ ਆਉਣ ਵਾਲੇ ਸਾਲ ਦੇ ਸੈਕੰਡ ਕੁਆਰਟਰ ਤੋਂ ਅੱਗੇ ਇਹ ਘਟਣਾ ਵੀ ਸ਼ੁਰੂ ਹੋ ਸਕਦਾ। ਸੋ ਮੌਜੂਦਾ ਸਥਿਤੀ ਦੇ ਵਿੱਚ ਲੋਕਾਂ ਕੋਲ ਇਨਵੈਸਟਮੈਂਟ ਪ੍ਰੋਪਰਟੀਜ਼ ਵੀ ਹੈਗੀਆਂ, ਪ੍ਰਾਇਮਰੀ ਪ੍ਰੋਪਰਟੀਜ਼ ਵੀ ਹੈਗੀਆਂ, ਹੋ ਸਕਦਾ ਦੋਨਾਂ ਦੇ ਉੱਤੇ ਉਹਨਾਂ ਦਾ ਇਸ ਵੇਲੇ ਮੌਰਟਗੇਜ ਚੱਲਦੀ ਹੋਵੇ। ਉਹਨਾਂ ਨੂੰ ਪ੍ਰੈਫਰ ਕਿਹਨੂੰ ਕਰਨਾ ਚਾਹੀਦਾ, ਕਿਹਨੂੰ ਪੇ ਆਫ ਕਰਨਾ ਚਾਹੀਦਾ, ਕਿਵੇਂ ਮੈਨੇਜ ਕਰਨਾ ਚਾਹੀਦਾ ਇਸ ਵੇਲੇ ਮੌਰਟਗੇਜ ਨੂੰ? ਮਤਲਬ ਮੈਨੇਜ ਕਰਨ ਦੀ ਬੈਸਟ ਸਟ੍ਰੈਟਜੀ ਕੀ ਹੋ ਸਕਦੀ ਹੈ? ਦੇਖੋ ਸਰ, ਸਭ ਤੋਂ ਪਹਿਲੀ ਗੱਲ ਇਹ ਆ ਵੀ ਜਦੋਂ ਵੀ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ ਜੀ ਤੇ ਤੁਹਾਨੂੰ ਚਾਹੀਦਾ ਆਪਣੇ ਪ੍ਰਿੰਸੀਪਲ ਰੈਜ਼ੀਡੈਂਸ ਤੇ ਘੱਟ ਤੋਂ ਘੱਟ ਮੌਰਗੇਜ ਹੋਵੇ। ਅੱਛਾ, ਇਨਫੈਕਟ ਨਾ ਹੋਵੇ ਤਾਂ ਚੰਗੀ ਗੱਲ ਆ। ਸੋ ਪ੍ਰਿੰਸੀਪਲ ਜਿਹੜਾ ਰੈਜ਼ੀਡੈਂਸ ਆ ਉਹਦੇ ਤੇ ਮੌਰਗੇਜ ਘੱਟ ਹੋਵੇ, ਉਹਦੇ ਤੇ ਘੱਟ ਹੋਵੇ। ਓਕੇ। ਅਕਸਰ ਕੀ ਹੁੰਦਾ ਸਾਡੇ ਲੋਕੀ ਜੇ ਕੋਈ ਮੌਰਗੇਜ ਬ੍ਰੋਕਰ ਕੋਲ ਜਾਂਦੇ ਆ ਜਾਂ ਬੈਂਕ ਕੋਲ ਜਾਂਦੇ ਆ, ਉਹ ਕਹਿੰਦਾ ਜੀ ਚੰਗਾ ਜੀ ਤੁਹਾਨੂੰ ਅਸੀਂ ਘਰ ਤੇ ਮੌਰਗੇਜ ਹੋਰ ਦੇ ਦਿੰਦੇ ਆ principal residence ਤੇ, ਠੀਕ ਹੈ, that is a safer bet for the bank, right? ਲੇਕਿਨ from investment point of view, from taxation point of view, this is not a good decision. Okay. ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ। ਇਸ ਹਫਤੇ ਮੈਂ ਇੱਕ ਲੇਡੀ ਨੂੰ ਮਿਲਿਆ,
ਉਹ ਲੇਡੀ ਕਹਿੰਦੀ ਜੀ ਮੈਂ ਇਨਵੈਸਟਮੈਂਟ ਪ੍ਰਾਪਰਟੀ ਕੈਸ਼ ਤੇ ਲੈਣੀ ਪਈ ਕਿਉਂਕਿ ਮੈਨੂੰ ਇਨਵੈਸਟਮੈਂਟ ਪ੍ਰਾਪਰਟੀ ਜਿਹੜੀ ਆ ਉਹ ਤੇ ਮੌਰਗੇਜ ਨਹੀਂ ਮਿਲਦੀ ਸੀ। ਉਹਨੇ ਆਪਣੇ ਪ੍ਰਿੰਸੀਪਲ ਰੈਜ਼ੀਡੈਂਸ ਤੇ ਮੌਰਗੇਜ ਲੈ ਲਈ। ਓਕੇ, ਪ੍ਰਿੰਸੀਪਲ ਰੈਜ਼ੀਡੈਂਸ ਤੇ ਉਹ ਲੇਡੀ ਨੇ ਕਰੀਬ 8 ਲੱਖ ਦੀ ਮੌਰਗੇਜ ਲੈ ਲਈ। ਠੀਕ ਹੈ। ਉਹਨੇ ਹੁਣ ਇਨਵੈਸਟਮੈਂਟ ਪ੍ਰਾਪਰਟੀ ਲੈ ਲਈ। ਠੀਕ ਹੈ। ਉਹਦੇ ਚੋਂ ਲੈ ਕੇ ਹੁਣ 8 ਲੱਖ ਤੇ ਜਿਹੜਾ ਪ੍ਰਿੰਸੀਪਲ ਰੈਜ਼ੀਡੈਂਸ ਇੰਟਰਸਟ ਹੈਗਾ ਉਹ ਟੈਕਸ ਡਿਡਕਟੇਬਲ ਨਹੀਂ ਹੈ ਸਰ। ਓਕੇ, ਤੇ ਉਹ ਇਟ ਇਜ਼ ਨਾਟ ਐਡਵਾਈਜ਼ੇਬਲ ਕਿਉਂਕਿ 8 ਲੱਖ ਤੇ ਤੁਸੀਂ ਸਾਲ ਦਾ 6% ਇੰਟਰਸਟ 48,000 ਇੰਟਰਸਟ ਦੇਣਾ ਆ ਜੀ, ਉਹ ਤੁਹਾਡਾ ਟੈਕਸ ਡਿਡਕਟੇਬਲ ਹੀ ਨਹੀਂ ਹੈ। ਉਹ ਖਰਚੇ 'ਚ ਨਹੀਂ ਪੈਣਾ ਕਿਤੇ, ਉਹ ਖਰਚੇ 'ਚ ਨਹੀਂ ਪੈਣਾ। ਦੂਜੇ ਪਾਸੇ ਤੁਹਾਡਾ ਜਿਹੜਾ ਇਨਵੈਸਟਮੈਂਟ ਪ੍ਰਾਪਰਟੀ ਹੈ ਉਹਦੇ ਤੇ ਜਿਹੜਾ ਤੁਸੀਂ ਇੰਟਰਸਟ ਪੇ ਕਰਦੇ ਆ ਦੈਟ ਇਜ਼ 100% ਟੈਕਸ ਡਿਡਕਟੇਬਲ ਐਕਸਪੈਂਸ। ਮਤਲਬ ਉਹ ਇੱਕ ਤਰ੍ਹਾਂ ਨਾਲ ਆਏ ਹੋ ਗਿਆ ਨਾ ਜਿਵੇਂ ਬਿਜ਼ਨਸ ਦੇ ਖਰਚੇ ਪੈ ਜਾਂਦੇ ਆ ਕਿਉਂਕਿ ਜਿਹੜੀ ਇਨਵੈਸਟਮੈਂਟ ਪ੍ਰਾਪਰਟੀ ਆ ਤੁਹਾਡਾ ਇੱਕ ਤਰ੍ਹਾਂ ਦਾ ਬਿਜ਼ਨਸ ਹੈ। ਤੇ ਇਸ ਕਰਕੇ ਇਨਵੈਸਟਮੈਂਟ ਪ੍ਰਾਪਰਟੀ ਤੇ ਜਿੰਨੀ ਵੱਧ ਮੌਰਗੇਜ ਹੋਏ ਚੰਗੀ ਆ। ਠੀਕ ਹੈ। ਪ੍ਰਿੰਸੀਪਲ ਰੈਜ਼ੀਡੈਂਸ ਤੇ ਜਿੰਨੀ ਘੱਟ ਮੌਰਗੇਜ ਹੋਏ ਚੰਗੀ ਆ। ਇਸ ਚੀਜ਼ ਦਾ ਜ਼ਰੂਰ ਖਿਆਲ ਰੱਖੋ। ਨਾਓ ਦਿਸ ਲੇਡੀ ਉਹਨੇ ਪੈਸੇ ਤਾਂ ਇਨਵੈਸਟਮੈਂਟ ਕਰਤੇ ਲੇਕਿਨ ਉਹਨੂੰ ਫਾਇਦਾ ਕੁਝ ਨਹੀਂ ਹੋਣਾ। ਬੇਸ਼ੱਕ ਇਨਵੈਸਟਮੈਂਟ ਪ੍ਰਾਪਰਟੀ ਗੇਨ ਵੀ ਕਰ ਜਾਵੇ ਤੇ ਉਹਨੂੰ ਹਰ ਸਾਲ ਤਾਂ 48,000 ਪੱਲਿਓਂ ਦੇਣਾ ਪੈ ਰਿਹਾ ਜੀ। 48,000 ਜਿਹੜਾ ਇੰਟਰਸਟ ਨੂੰ ਪੱਲਿਓਂ ਦੇਣਾ ਪੈ ਰਿਹਾ ਉਹਦੇ ਲਈ ਸ਼ੀ ਹੈਜ਼ ਟੂ ਮੇਕ 70 or $80,000 ਕਿਉਂਕਿ ਆਫਟਰ ਟੈਕਸ ਤੁਸੀਂ 48,000 ਪੇ ਕਰ ਰਹੇ ਹੋ। ਬਿਲਕੁਲ। ਸੋ ਇਟ ਇਜ਼ ਆਲਵੇਜ਼ ਐਡਵਾਈਜ਼ੇਬਲ ਜੇ ਤੁਸੀਂ ਮਲਟੀਪਲ ਪ੍ਰਾਪਰਟੀਜ਼ ਲਈਆਂ ਹੋਈਆਂ ਤੇ ਤੁਸੀਂ ਜਿਹੜੀਆਂ ਆਪਣਾ ਪ੍ਰਿੰਸੀਪਲ ਰੈਜ਼ੀਡੈਂਸ ਹੈ ਉਹਦੀ ਮੌਰਗੇਜ ਛੇਤੀ ਤੋਂ ਛੇਤੀ ਲਾਓ। ਇਨਵੈਸਟਮੈਂਟ ਪ੍ਰਾਪਰਟੀ ਦੀ ਕੋਈ ਸੀ ਗੱਲ ਨਹੀਂ ਹੈ ਕਿਉਂਕਿ ਦੈਟ ਇਜ਼ ਅ ਟੈਕਸ ਡਿਡਕਟੇਬਲ ਐਕਸਪੈਂਸ। ਉਹ ਤੁਹਾਡੀ ਜਿਹੜੀ ਤੁਹਾਨੂੰ ਜਿਹੜੀ ਤੁਹਾਨੂੰ ਰੈਂਟ ਆਉਣਾ ਹੈ ਉਹਦੇ ਅਗੇਂਸਟ ਰਾਈਟ ਆਫ ਹੋ ਜਾਣੀ ਆ। ਬਿਲਕੁਲ ਤੇ ਉਹ ਤੁਹਾਨੂੰ ਜ਼ਿਆਦਾ ਫਾਇਦਾ ਦੇਗੀ ਸਰ। ਸੋ ਹੁਣ ਤਾਂ ਮਤਲਬ ਜਿਵੇਂ ਤੁਸੀਂ ਜਿਹੜੀ ਐਗਜ਼ਾਮਪਲ ਦਿੱਤੀ ਉਹਦੇ ਵਿੱਚ ਜੋ ਇਨਵੈਸਟਮੈਂਟ ਪ੍ਰਾਪਰਟੀ ਤੁਹਾਨੂੰ ਇਨਕਮ ਆ ਵੀ ਰਹੀ ਹੋਣੀ ਆ ਉਹ ਦੂਜੇ ਪਾਸੇ ਟੈਕਸ ਦੇ ਵਿੱਚ ਜਾ ਰਹੀ ਹੈ। ਯੈਸ। ਸੋ ਕੋਈ ਫਾਇਦਾ ਨਹੀਂ ਹੋਇਆ ਸਰ ਲੇਡੀ ਨੂੰ। ਤੇ ਇਹ ਕਈ ਲੋਕ ਇਸ ਮਤਲਬ ਪੋਜੀਸ਼ਨ 'ਚ ਹੈਗੇ ਆ ਤੇ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਇਹ ਚੀਜ਼ ਚੰਗੀ ਨਹੀਂ ਹੈਗੀ। ਜਦੋਂ ਤੁਸੀਂ ਲੈਣੇ ਆ ਤਾਂ ਹੀ ਤੁਹਾਨੂੰ ਇਹ ਜੇ ਤੁਹਾਨੂੰ ਆਪਣੇ ਪ੍ਰਿੰਸੀਪਲ ਰੈਜ਼ੀਡੈਂਸ ਤੇ ਬਿਲਕੁਲ ਮੌਰਗੇਜ ਨਾ ਲਾਓ ਜੀ। ਦੇਖੋ ਘਰ ਦੀ ਛੱਤ ਜਿਹੜੀ ਹੈ ਮੈਂ ਹਮੇਸ਼ਾ ਕਹਿੰਦਾ ਜੀ ਉਹਨੂੰ ਤੁਸੀਂ ਕਿਤੇ ਵੀ ਗਿਰਵੀ ਨਾ ਰੱਖੋ। ਉਹਨੂੰ ਹਮੇਸ਼ਾ ਮਹਿਫੂਜ਼ ਰੱਖੋ। ਤੁਸੀਂ ਇਨਵੈਸਟਮੈਂਟ ਦੇ ਅੰਦਰ ਬਿਜ਼ਨਸ ਦੇ ਅੰਦਰ ਕਈ ਵਾਰੀ ਘਾਟੇ ਖਾ ਲਓਗੇ ਲੇਕਿਨ ਘਰ ਦੀ ਛੱਤ ਆਪਣੀ ਹਮੇਸ਼ਾ ਬਚਾ ਕੇ ਰੱਖੋ। ਘਰ ਦੇ ਅਗੇਂਸਟ ਕਦੀ ਲੋਨ ਨਾ ਲਓ। ਹਾਂ ਠੀਕ ਹੈ ਪ੍ਰਿੰਸੀਪਲ ਰੈਜ਼ੀਡੈਂਸ ਤੁਸੀਂ ਪਹਿਲੀ ਵਾਰੀ ਲੈਣਾ ਤਾਂ ਡੈਫੀਨੇਟਲੀ ਯੂ ਵਿਲ ਗੋ ਫॉर ਦੀ ਮੌਰਗੇਜ ਲੇਕਿਨ ਇਨਵੈਸਟਮੈਂਟ ਪ੍ਰਾਪਰਟੀ ਤੇ ਤਾਂ ਹਮੇਸ਼ਾ ਮੌਰਗੇਜ ਲਓ ਨਾ ਕਿ ਤੁਸੀਂ ਪ੍ਰਿੰਸੀਪਲ ਰੈਜ਼ੀਡੈਂਸ ਤੇ ਲਓ। ਸੋ ਦੋਸਤੋ ਇਸ ਗੱਲ ਨੂੰ ਜ਼ਰੂਰ ਬੋਲਡ ਇਟੈਲਿਕ ਅੰਡਰਲਾਈਨ ਮੈਂ ਜ਼ਰੂਰ ਕਰਨਾ ਚਾਹੂੰਗਾ ਕਿ ਜੇ ਤੁਹਾਡੇ ਕੋਲੇ ਦੋ ਪ੍ਰਾਪਰਟੀਜ਼ ਨੇ ਇੱਕ ਇਨਵੈਸਟਮੈਂਟ ਤੇ ਇੱਕ ਤੁਹਾਡੀ ਪ੍ਰਾਇਮਰੀ ਪ੍ਰਾਪਰਟੀ ਹੈ ਤਾਂ ਪ੍ਰਾਇਮਰੀ ਪ੍ਰਾਪਰਟੀ ਦੇ ਉੱਤੇ ਮੌਰਗੇਜ ਜਿਹੜੀ ਆ ਉਹ ਤੁਹਾਡੇ ਲਈ ਲਾਹੇਵੰਦ ਨਹੀਂ ਹੈ। ਹਾਂ ਜਿਹੜੀ ਤੁਹਾਡੀ ਇਨਵੈਸਟਮੈਂਟ ਪ੍ਰਾਪਰਟੀ ਆ ਉਹ ਤੁਹਾਡਾ ਬਿਜ਼ਨਸ ਆ ਉਹਦੇ ਉੱਤੇ ਲਈ ਹੋਈ ਮੌਰਗੇਜ ਜਿਹੜੀ ਹੈ ਉਹਨੂੰ ਤੁਸੀਂ ਉਹਦਾ ਤੁਹਾਨੂੰ ਬਕਾਇਦਾ ਜਿਹੜਾ ਹੈਗਾ ਉਹ ਫਾਇਦਾ ਮਿਲ ਸਕਦਾ। ਦੋ ਸਵਾਲ ਕੁਇਕਲੀ ਜਿਹੜੇ ਹੈਗੇ ਆਪਾਂ ਲੈਣੇ ਚਾਹਾਂਗੇ ਜੀ ਦੋਸਤਾਂ ਦੇ। ਜਸਪਾਲ ਜੀ ਨੇ ਥੋੜੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਉਹ ਕਹਿੰਦੇ ਤੁਸੀਂ ਮੇਰਾ ਪਿਛਲੀ ਵਾਰ ਸਵਾਲ ਲਿਆ ਨਹੀਂ ਮੇਰੇ ਨਾਲ ਪਰ ਮੈਨੂੰ ਲੱਗਦਾ ਕਿ ਮੈਂ ਸਵਾਲ ਲਿਆ ਸੀ ਇਹ। ਚਲੋ ਆਪਾਂ ਦੁਬਾਰਾ ਫਿਰ ਆਪਾਂ ਇਹੀ ਸਵਾਲ ਪੁੱਛਦੇ ਹਾਂ ਕਿਉਂਕਿ ਸਵਾਲ ਉਹਨਾਂ ਦਾ ਇੰਪੋਰਟੈਂਟ ਹੈ। ਉਹ ਕਹਿੰਦੇ ਵੀ ਕਈ ਐਡਵਾਈਜ਼ਰ ਜਿਹੜੇ ਹੈਗੇ ਆ ਜੀ ਇਨਵੈਸਟਮੈਂਟ ਕਰਨ ਵਾਸਤੇ ਉਹ ਕਹਿੰਦੇ ਆ ਵੀ ਦੂਸਰੇ ਤੋਂ ਕਿਸੇ ਤੋਂ ਹੋਰ ਪੈਸੇ ਲੈ ਕੇ ਮਤਲਬ ਇਨਵੈਸਟ ਕਰਨ ਵਾਸਤੇ ਉਹਨਾਂ ਨੇ ਪੁੱਛਿਆ ਹੈਗਾ ਬਈ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਉਹਨਾਂ ਦਾ ਲਿਖਣਾ ਹੈ ਇਨਵੈਸਟਮੈਂਟ ਐਡਵਾਈਜ਼ਰ ਸਲਾਹ ਦਿੰਦੇ ਆ ਕਿ ਮੇਰੇ ਖਿਆਲ 'ਚ ਉਹ ਇਹੀ ਪੁੱਛ ਰਹੇ ਆ। ਇੱਕ ਤਾਂ ਉਹ ਕਾਫੀ ਨਾ ਇਹਨਾਂ ਦਾ ਜਿਹੜਾ ਹੈਗਾ ਮੈਸੇਜ ਬਹੁਤ ਸਾਰੇ ਮੈਸੇਜਿਸ ਦੇ ਵਿੱਚ ਬਈ ਕਿਸੇ ਹੋਰ ਤੋਂ ਬੋਰੋ ਕਰਕੇ ਫਿਰ ਇਨਵੈਸਟਮੈਂਟ ਕਰਨ ਬਾਰੇ ਸਲਾਹ ਦਿੰਦੇ ਆ। ਐਬਸੋਲੂਟਲੀ ਨਾਟ। ਇਹ ਇੱਕ ਠੀਕ ਸਲਾਹ ਹੈਗੀ ਹੈ? ਨਾਟ ਐਟ ਦਿਸ ਮੋਮੈਂਟ ਸਰ। ਇਟ ਯੂਜ਼ਡ ਟੂ ਬੀ ਅ ਗੁੱਡ ਐਡਵਾਈਸ ਜਦੋਂ ਤੁਸੀਂ ਬਾਰੋ ਟੂ ਇਨਵੈਸਟ ਤਾਂ ਐਡਵਾਈਸ ਵਧੀਆ ਸੀਗੀ। ਜਦੋਂ ਪ੍ਰਾਈਮ ਰੇਟ ਤੁਹਾਨੂੰ 2.5-3% ਸੀਗਾ ਤੁਹਾਨੂੰ 3% ਤੇ ਲੋਨ ਮਿਲ ਜਾਂਦਾ ਸੀ। ਤੁਹਾਨੂੰ ਗਰੋਥ 6-7% ਆ ਜਾਂਦੀ ਸੀ। ਦੈਟ ਮੇਕ ਸੈਂਸ। ਬਿਲਕੁਲ। ਹੁਣ ਤੁਹਾਨੂੰ ਜਿਹੜੀ ਕੰਪਨੀ ਲੋਨ ਦੇਗੀ ਉਹ ਪ੍ਰਾਈਮ ਪਲੱਸ 50 ਜਾਂ ਪ੍ਰਾਈਮ ਪਲੱਸ 75 ਬੇਸਿਸ ਪੁਆਇੰਟ ਦੇਗੀ। ਪ੍ਰਾਈਮ ਇਜ਼ 7.20 8% ਤੇ ਬਾਰੋ ਕਰਕੇ ਹਾਊ ਯੂ ਕੈਨ ਮੇਕ ਮਨੀ। So it is not advisable at this moment as long as the interest rate is high। ਬਿਲਕੁਲ ਵੀ ਕਿਸੇ ਸਿਰਫ ਜਿਹੜਾ ਵੇਚਣ ਵਾਲਾ ਹੈ ਉਹ ਜਿਹੜਾ ਇਨਵੈਸਟਮੈਂਟ ਐਡਵਾਈਜ਼ਰ ਉਹਦੇ ਲਈ ਤਾਂ ਫਾਇਦੇਮੰਦ ਹੈ। ਉਹਨੇ ਤੁਹਾਨੂੰ ਮੰਨ ਦੇਣਾ $1,00,000 ਦਾ ਲੋਨ ਜਾਂ 50,000 ਦਾ ਲੋਨ ਤੇ ਤੁਸੀਂ ਬਾਰੋ ਕਰਕੇ ਇਨਵੈਸਟਮੈਂਟ ਕਰਦੇ ਰਹੋ। ਨਾਟ ਐਟ ਦਿਸ ਮੂਮੈਂਟ। ਇਟ ਯੂਜ਼ਡ ਟੂ ਬੀ ਗੁੱਡ ਸਟ੍ਰੈਟਜੀ। ਡਿਪੈਂਡ ਕਰਦਾ ਹੈ ਕਿ ਅੱਜ ਤੋਂ 2 ਸਾਲ ਪਹਿਲਾਂ ਜਦੋਂ ਇੰਟਰਸਟ ਰੇਟ ਬਹੁਤ ਲੋ ਹੁੰਦੇ ਸੀ ਦੈਨ ਇਟ ਯੂਜ਼ਡ ਟੂ ਬੀ ਗੁੱਡ। ਨਾਟ ਐਟ ਦਿਸ ਮੂਮੈਂਟ ਜੀ। ਤੇ ਇੱਕ ਸਵਾਲ ਮੈਂ ਹੋਰ ਲੈ ਸਕੂੰਗਾ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਮੋਲਕ ਵਾਲਾ ਹੋਣਾ ਦਾ ਉਹ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਜਿਹੜਾ ਹੈਗਾ ਜੀ ਉਹ ਤੁਹਾਡਾ ਕਮੈਂਟ ਚਾਹੁੰਦੇ ਆ ਵੀ ਕਿਵੇਂ ਲੱਗਦਾ ਟਰੱਕਿੰਗ ਇੰਡਸਟਰੀ ਜਿਹੜੀ ਹੈਗੀ ਆ ਉਹਦੇ ਪੇ ਡਿਕਰੀਜ਼ ਹੋ ਰਹੀਆਂ ਹੈਗੀਆਂ ਓਨਰ ਆਪਰੇਟਰ ਦੇ ਲਈ ਵੀ ਡਰਾਈਵਰਸ ਦੇ ਲਈ ਵੀ। ਕਿਵੇਂ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਾਲਾਤ ਕੋਈ ਸੁਧਰ ਸਕਦੇ ਆ ਮਾੜੇ ਮੋਟੇ? ਦੇਖੋ ਸਰ ਟਰੱਕਿੰਗ ਇੰਡਸਟਰੀ I am not specialist in transportation ਜੀ
ਬਟ ਆਈ ਕੈਨ ਸੇ ਓਵਰਆਲ ਟਰੱਕਿੰਗ ਇੰਡਸਟਰੀ ਜੋ ਮੈਂ ਮਹਿਸੂਸ ਕਰਦਾ ਹਾਂ ਕਿ ਜ਼ਿਆਦਾ ਲੋਕਾਂ ਨੇ ਟਰੱਕ ਪਾ ਲਏ ਆ, ਬੜੇ ਲੋਕਾਂ ਨੇ, ਔਰ ਹਾਂਜੀ ਬਹੁਤਾਤ ਹੋ ਗਈ ਹੈ, ਹਾਂ ਸਪਲਾਇਰ ਜ਼ਿਆਦਾ ਹੋ ਗਏ ਹੈ ਔਰ ਲੋਡ ਉਹ ਨਹੀਂ ਹੈਗੇ ਹੈ। ਨੰਬਰ 1 ਨੰਬਰ 2 ਜਿਹੜਾ ਹੈ ਬਿਕਾਜ਼ ਆਫ ਦਿਸ ਟੈਕਨੋਲੋਜੀ ਚੇਂਜ, ਆਰਟੀਫਿਸ਼ੀਅਲ ਇੰਟੈਲੀਜੈਂਸ ਚੇਂਜ, ਜਿਹੜੀ ਡਿਮਾਂਡ ਹੈ, ਜਿਹੜੀ ਗੁੱਡਸ ਦੀ ਟਰਾਂਸਪੋਰਟੇਸ਼ਨ ਹੈ ਫਰੋਮ ਵਨ ਪਲੇਸ ਟੂ ਅਦਰ ਪਲੇਸ, ਉਹ ਵੀ ਘਟ ਗਈ ਹੈ। ਤੁਸੀਂ ਇਹ ਦੇਖੋ ਪਹਿਲਾਂ ਕਿੰਨਾ ਪੇਪਰ ਯੂਜ਼ ਹੁੰਦਾ ਸੀ। ਕੋਈ ਮੈਂ ਜਿਵੇਂ ਮਤਲਬ ਆਈ ਕੁਡ ਗਿਵ ਯੂ ਐਨ ਐਗਜ਼ਾਮਪਲ, ਆਈ ਯੂਜ਼ ਟੂ ਫਿਲ ਅਪ ਐਨ ਐਪਲੀਕੇਸ਼ਨ, ਇਨਵੈਸਟਮੈਂਟ ਦੀ ਐਪਲੀਕੇਸ਼ਨ ਹੈ, ਕਿਸੇ ਦੇ ਫੰਡ ਚੇਂਜ ਕਰਨਾ ਹੈ, ਕਿਸੇ ਨੇ ਬੈਨੀਫਿਸ਼ਰੀ ਚੇਂਜ ਕਰਨਾ ਹੈ, ਕਿਸੇ ਨੇ ਬੈਂਕਿੰਗ ਚੇਂਜ ਕਰਨੀ ਹੈ, ਵੀ ਯੂਜ਼ ਟੂ ਫਿਲ ਅਪ ਦੋਜ਼ ਐਪਲੀਕੇਸ਼ਨ ਦੈਨ ਸੈਂਡ ਇਟ ਟੂ ਦੀ ਕੰਪਨੀ। ਆਫ ਕੋਰਸ ਉਹ ਹੁਣ ਰਹੇ ਹੀ ਨਹੀਂ ਜੀ। ਹੁਣ ਤੁਸੀਂ ਸਾਰਾ ਕੁਝ ਆਨਲਾਈਨ ਕਰਨਾ ਹੈ, ਠੀਕ ਹੈ। ਕਿੰਨਾ ਪੇਪਰ ਮਟੀਰੀਅਲ ਜਿਹੜਾ ਉਹ ਤੁਹਾਡਾ ਘਟ ਗਿਆ ਹੈਗਾ ਆ। ਸੋ ਟੈਕਨੋਲੋਜੀ ਨੇ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਚੇਂਜ ਕੀਤੀਆਂ, ਔਰ ਟੈਕਨੋਲੋਜੀ ਜਿਹੜੀ ਹੈ ਔਰ ਸਪੈਸ਼ਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਲ ਹਿੱਟ ਦ ਟਰਾਂਸਪੋਰਟੇਸ਼ਨ ਇੰਡਸਟਰੀ ਬਿਗ ਟਾਈਮ। ਆਉਣ ਵਾਲੇ ਸਮੇਂ ਦਾ ਡਰਾਈਵਰਾਂ ਨੂੰ ਵੀ ਰਿਪਲੇਸ ਕਰਨ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ। ਯੈਸ ਸਰ, AI ਡਰਿਵਨ ਜਿਹੜੇ ਟਰੱਕ ਆ ਰਹੇ ਆ, AI ਡਰਿਵਨ ਤੋਂ ਇਲਾਵਾ ਛੱਡੋ ਜੀ, ਇੱਕ ਲੂਪਸ ਚੱਲ ਰਹੇ ਆ, ਇੱਕ ਲੂਪ ਬਣਾ ਰਹੇ ਆ ਏਲਨ ਮਸਕ ਜਿਹੜੇ ਆ, ਐਕਸਪੈਰੀਮੈਂਟਲ ਬੇਸ ਤੇ। ਆਈ ਥਿੰਕ ਇਜ਼ ਗੋਨਾ ਗੋ ਫਰਮ ਵੇਗਸ ਟੂ LA। ਉਹ ਆਲਰੇਡੀ ਉਸ ਤੇ ਕੰਮ ਚੱਲ ਰਿਹਾ ਕਿ ਇੱਕ ਕਹਿ ਲੋ 300 ਕਿਲੋਮੀਟਰ ਦਾ ਲੂਪ ਬਣਾਤਾ ਬਈ, ਇੱਥੋਂ ਆਟਵਾ ਦਾ ਲੂਪ ਬਣਾਤਾ। ਉਹ ਲੂਪ ਦੇ ਅੰਦਰ ਜਿਹੜਾ ਹੈ ਕੋਈ ਜਿਸ ਤਰ੍ਹਾਂ ਇੱਕ ਗੁੱਡਸ ਦੀ ਜਿਹੜੀ ਟ੍ਰੇਨ ਹੁੰਦੀ ਹੈ, ਜਿਵੇਂ 30 ਕੰਪਾਰਟਮੈਂਟ ਬਣੇ ਆ, 40 ਬਣੇ ਆ, 50 ਬਣੇ ਆ, ਇੱਥੋਂ ਚੱਲੇ ਉਹ 300 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਵਿਦਿਨ 1 ਆਵਰ ਔਰ 2 ਆਵਰਸ ਜਿਹੜਾ ਹੈ ਉਹ ਆਟਵਾ ਪਹੁੰਚ ਗਿਆ। ਉਹਦੇ ਨਾਲ ਐਨਰਜੀ ਕਿੰਨੀ ਸੇਵ ਹੋਈ, ਉਹਦੇ ਨਾਲ ਤੁਹਾਡਾ ਪੋਲਿਊਸ਼ਨ ਨਹੀਂ ਹੋਇਆ ਬਿਲਕੁਲ ਵੀ। ਔਰ ਉੱਥੇ ਕੀ ਹੈ, ਫਿਰ ਲੋਕਲੀ ਟਰੱਕ ਚੱਲਣਗੇ ਬਜਾਏ ਕਿ ਲੌਂਗ, ਜੇ ਲੂਪਸ ਇਸ ਤਰ੍ਹਾਂ ਕਾਮਯਾਬ ਹੋ ਜਾਂਦੇ ਆ ਤੇ ਉਹਦੇ ਅੰਦਰ ਤੁਹਾਨੂੰ ਕੋਈ ਡਰਾਈਵਰਸ ਦੀ ਲੋੜ ਨਹੀਂ, ਕੋਈ ਟਰੱਕਾਂ ਦੀ ਲੋੜ ਨਹੀਂ, ਕੋਈ ਕੁਛ ਲੋੜ ਨਹੀਂ ਹੈਗੀ। ਤਾਂ ਇੱਕ ਵਾਰੀ ਉਹਦਾ ਇਨਫਰਾਸਟ੍ਰਕਚਰਲ ਐਕਸਪੈਂਸ ਹੈਗਾ ਆ। ਸੋ ਇਸ ਤਰ੍ਹਾਂ ਦੀ ਚੀਜ਼ਾਂ ਜੇ ਆ ਜਾਂਦੀਆਂ ਆ ਸਰ, ਡੈਫੀਨੇਟਲੀ ਇਸ ਕੈਨ ਹਿੱਟ ਦੀ ਟਰਾਂਸਪੋਰਟੇਸ਼ਨ ਇੰਡਸਟਰੀ। ਬਿਲਕੁਲ, ਕਿਉਂਕਿ ਇਹਦੇ ਸਰੂਪ ਜਿਹੜੇ ਹੈਗੇ ਆ ਜੀ ਇੰਡਸਟਰੀ ਦੇ ਬਦਲਦੇ ਰਹਿਣੇ ਆ। ਸੋ ਦੋਸਤੋ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਗੱਲਬਾਤ ਸਾਡੀ ਜਿਹੜੀ ਹੈਗੀ ਉਹ ਚੱਲ ਰਹੀ ਸੀ ਸੁਰਿੰਦਰਪਾਲ ਜੀ ਨਾਲ। ਕੁਝ ਦੋਸਤਾਂ ਦੇ ਸਵਾਲ ਰਹਿ ਗਏ ਜੀ, ਤੇ ਉਹ ਤੁਹਾਡੇ ਨਾਲ ਕਿਵੇਂ ਸੰਪਰਕ ਕਰਨ? I can give my direct line number ਜੀ, any question about FHSA ਔਰ ਇਨਵੈਸਟਮੈਂਟ ਬਾਰੇ। ਮੇਰਾ ਨੰਬਰ ਹੈ ਜੀ 416-573-4798, 416-573-4798, ਪੰਜਾਬੀ 'ਚ 416-573-4798। ਜੀ ਬਹੁਤ ਬਹੁਤ ਸ਼ੁਕਰੀਆ ਸੁਰਿੰਦਰਪਾਲ ਜੀ, ਤੁਸੀਂ ਸਾਡੇ ਲਈ ਸਮਾਂ ਕੱਢਿਆ ਤੇ ਆਪਣੀਆਂ ਜਿਹੜੀਆਂ ਕੀਮਤੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ। ਥੈਂਕ ਯੂ ਜੀ।